ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬੀ ਦੀ ਇਸ ਕਲਾਸ ਦੇ ਅੰਦਰ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਨਿਰਧਨ ਨੰਦ ਲਾਲ ਨੂਰਪੁਰੀ ਦੀ ਰਚਨਾ। ਨਿਰਧਨ, ਨਿਰ ਦਾ ਮਤਲਬ ਹੈ ਤੋਂ ਬਿਨਾਂ ਅਤੇ ਧਨ यानी कि पैसा, यानी कि पैसे तो बिना, यानी कि गरीब। ਹੁਣ ਕਵੀ ਇਸ ਕਵਿਤਾ ਰਾਹੀਂ ਮਨੁੱਖ ਨੂੰ ਸੁਚੇਤ ਕਰਦਾ ਹੈ ਕਿ ਤੈਨੂੰ ਉਸ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਤਾਂ ਤੈਨੂੰ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਬੇਪਰਵਾਹੀਆਂ ਤੋਂ ਡਰਨਾ ਚਾਹੀਦਾ ਹੈ, ਕਿਉਂਕਿ ਉਹ ਦਾਤਾ, ਉਹ ਪਰਮੇਸ਼ਵਰ ਬਹੁਤ ਅਪਾਰ ਹੈ, ਅਗੰਮ ਹੈ, ਜਿਹੜਾ ਮਿੰਟਾਂ ਦੇ ਅੰਦਰ ਹੀ ਸਭ ਕੁਝ ਬਦਲ ਕੇ ਰੱਖਣ ਵਾਲਾ ਹੈ। ਪਹਿਲਾਂ ਆਪਾਂ ਇਸ ਦਾ ਪ੍ਰਸੰਗ ਬਣਾਵਾਂਗੇ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਕਿਰਨਾਂ ਭਾਗ 2 ਵਿੱਚ ਦਰਜ ਕਵਿਤਾ ਨਿਰਧਨ ਵਿੱਚੋਂ ਲਿਆ ਗਿਆ ਹੈ। ਇਹ ਰਚਨਾ ਨੰਦ ਲਾਲ ਨੂਰਪੁਰੀ ਜੀ ਦੀ ਹੈ। ਇਸ ਵਿੱਚ ਕਵੀ ਨੇ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਉਸ ਪਰਮੇਸ਼ਵਰ ਦੀਆਂ ਬੇਪਰਵਾਹੀਆਂ ਬਾਰੇ ਨਾਲ ਜਾਣੂ ਕਰਵਾਇਆ ਹੈ। ਚਲੋ ਇਹਦਾ ਪ੍ਰਸੰਗ ਕਰੀਏ, ਵਿਆਖਿਆ ਕਰਦੇ ਹਾਂ। ਨਿਰਧਨ, ਦਾਤਾ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹ ਡਰਿਆ ਕਰ। ਕਵੀ ਕਹਿੰਦਾ ਹੈ ਕਿ ਹੇ ਮਨੁੱਖ, ਦਾਤਾ ਦੀਆਂ ਬੇਪਰਵਾਹੀਆਂ, ਕਿ ਜਿਹੜਾ ਸਭ ਕੁਝ ਹੁੰਦਾ ਹੋਇਆ ਦੇਖ ਰਿਹਾ ਹੈ ਕਿ ਹਜੇ ਵੀ ਉਹ ਤੇਰੇ ਗੁਨਾਹਾਂ ਦੀ ਪਰਵਾਹ ਨਹੀਂ ਕਰ ਰਿਹਾ ਕਿ ਤੂੰ ਗੁਨਾਹ ਕਰ ਰਿਹਾ ਹੈ, ਤੇ ਹੇ ਮਨੁੱਖ, ਤੈਨੂੰ ਬੇਪਰਵਾਹ ਨਹੀਂ ਹੋਣਾ ਚਾਹੀਦਾ, ਬਲਕਿ ਉਸ ਦੀਆਂ ਬੇਪਰਵਾਹੀਆਂ ਤੋਂ ਡਰਨਾ ਚਾਹੀਦਾ ਹੈ। ਤੂੰ ਹਰਦਮ ਦਮ ਕਰਦਾ ਏ, ਦਮ ਦੇਣੇ ਨੇ ਦਮ ਭਰਿਆ ਕਰ। ਤੇ ਕੀ ਕਹਿੰਦਾ ਕਿ ਤੂੰ ਹਰ ਸਮੇਂ ਦਮ ਦਾ ਅਰਥ ਹੁੰਦਾ ਪੈਸਾ, ਯਾਨੀ ਕਿ ਤੂੰ ਹਰ ਸਮੇਂ ਪੈਸਾ ਹੀ ਕਰਦਾ ਹੈ ਕਿ ਇਹ ਪੈਸਾ ਦੇਣਾ ਵੀ ਹੈ, ਇਸ ਲਈ ਵੀ ਤੈਨੂੰ ਸਾਹ ਲੈਣਾ ਚਾਹੀਦਾ ਹੈ। ਚਾਂਦੀ ਦੀਆਂ ਗਿਣ ਠਿਕਰੀਆਂ ਤੂੰ ਰਾਤ ਦਿਨੇ ਪਿਆ ਮਰਦਾ ਹੈ। ਤੇ ਕੀ ਕਹਿੰਦਾ ਕਿ ਇਹਨਾਂ ਚਾਂਦੀ ਦੀਆਂ ਠਿਕਰੀਆਂ ਨੂੰ, ਯਾਨੀ ਕਿ ਚਾਂਦੀ ਦੀਆਂ ਟੁਕੜਿਆਂ ਨੂੰ, ਠਿਕਰੀਆਂ ਦਾ ਮਤਲਬ ਕੀ ਹੁੰਦਾ ਟੁਕੜੇ, ਕਿ ਤੂੰ ਰਾਤ ਦਿਨ ਹੀ ਗਿਣੀ ਜਾ ਰਿਹਾ ਹੈ ਤੇ ਇਹਨਾਂ ਦੇ ਅੰਦਰ ਹੀ ਗਲਤਾਨ ਹੋ ਕੇ ਰਹਿ ਚੁੱਕਾ ਹੈ। ਉਹ ਪਲ ਵਿੱਚ ਜਲ ਥਲ ਕਰ ਦਿੰਦਾ, ਇਹ ਸਾਗਰ ਸੋਚ ਕੇ ਤਰਿਆ ਕਰ। ਤੇ ਕੀ ਕਹਿੰਦਾ ਹੈ ਕਿ ਉਹ ਪਰਮੇਸ਼ਵਰ ਪਲਾਂ ਦੇ ਅੰਦਰ ਹੀ ਚਾਰੇ ਪਾਸੇ ਜਲ ਥਲ ਕਰ ਦਿੰਦਾ ਹੈ, ਯਾਨੀ ਕਿ ਜਿੱਥੇ ਸੋਕਾ ਹੈ ਉੱਥੇ ਵੀ ਦਰਿਆ ਬਣਾ ਦਿੰਦਾ ਹੈ, ਉੱਥੇ ਵੀ ਸਾਗਰ ਸਮੁੰਦਰ ਬਣਾ ਦਿੰਦਾ ਹੈ। ਤੇ ਜਿਹੜੇ ਸਮੁੰਦਰਾਂ ਨੂੰ, ਜਿਹੜੇ ਸੋਚਦੇ ਸਮੁੰਦਰਾਂ ਨੂੰ ਤੂੰ ਤਰ ਰਿਹਾ ਹੈ, ਉਹਦੇ ਵਿੱਚ ਵੀ ਤੈਨੂੰ ਸੋਚਣਾ ਚਾਹੀਦਾ ਹੈ ਕਿ ਉਹ ਪਰਮੇਸ਼ਵਰ ਕਿੰਨਾ ਅਪਾਰ ਹੈ, ਯਾਨੀ ਕਿ ਉਸ ਦੀ ਬਖਸ਼ਿਸ਼ਾਂ ਦਾ ਤੈਨੂੰ ਧਿਆਨ ਰੱਖਣਾ ਚਾਹੀਦਾ ਹੈ। ਇਹ ਦੁਨੀਆ ਤਿਲਕਣ ਬਾਜੀ ਏ, ਤੂੰ ਪੈਰ ਸਮਝ ਕੇ ਧਰਿਆ ਕਰ। ਤੇ ਕੀ ਕਹਿੰਦਾ ਕਿ ਇਹ ਦੁਨੀਆ ਕੀ ਹੈ? ਤਿਲਕਣ ਬਾਜੀ ਹੈ। ਭਾਵ ਕਿ ਅੱਜ ਜੇ ਪੈਸਾ ਤੇਰੇ ਕੋਲ ਹੈ ਤਾਂ ਕੱਲ ਨੂੰ ਕਿਸੇ ਹੋਰ ਕੋਲ ਵੀ ਜਾ ਸਕਦਾ ਹੈ। ਕਿਸੇ ਨਿਰਧਨ ਆਤੁਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਕੀ ਕਹਿੰਦਾ ਕਿ ਤੇਰੇ ਕੋਲ ਇੰਨਾ ਪੈਸਾ ਹੈ, ਤੂੰ ਇੰਨਾ ਸਮਰੱਥ ਹੈ, ਤਾਂ ਹੈ ਮਨੁੱਖ, ਤੈਨੂੰ ਕੀ ਚਾਹੀਦਾ ਹੈ ਕਿ ਕਿਸੇ ਨਿਰਧਨ ਯਾਨੀ ਕਿ ਗਰੀਬ, ਆਤੁਰ, ਲੋੜਵੰਦ, ਦੁਖੀਏ ਯਾਨੀ ਕਿ ਬਿਮਾਰ, ਯਾਨੀ ਕਿ ਤੈਨੂੰ ਕਿਸੇ ਦੁਖੀ, ਬਿਮਾਰ ਜਾਂ ਗਰੀਬ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ, ਯਾਨੀ ਕਿ ਤੈਨੂੰ ਉਹਦੇ ਦੁੱਖਾਂ ਨੂੰ ਵੀ ਦੂਰ ਕਰਨਾ ਚਾਹੀਦਾ ਹੈ। ਭਾਵ ਕਿ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹ ਜੇਕਰ ਤਖਤ ਬਿਠਾਉਂਦਾ ਹੈ, ਕਾਸੇ ਵੀ ਹੱਥ ਫੜਾਉਂਦਾ ਹੈ। ਤੇ ਕੀ ਕਹਿੰਦਾ ਕਿ ਕਵੀ ਇੱਥੇ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਹੇ ਮਨੁੱਖ, ਕਿ ਉਹ ਪਰਮੇਸ਼ਵਰ ਇੰਨਾ ਦਇਆਵਾਨ ਹੈ ਤੇ ਇੰਨਾ ਬੇਪਰਵਾਹ ਹੈ ਕਿ ਜੇ ਉਹ ਤੈਨੂੰ ਤਖਤ ਦੇ ਉੱਤੇ ਬਿਠਾ ਸਕਦਾ ਹੈ, ਭਾਵ ਕਿ ਤੈਨੂੰ ਰਾਜ ਪਾਟ ਦੇ ਸਕਦਾ ਹੈ, ਬਾਦਸ਼ਾਹ ਬਣਾ ਸਕਦਾ ਹੈ, ਕਾਸੇ ਵੀ ਹੱਥ ਫੜਾਉਂਦਾ ਹੈ, ਤੇ ਕੀ ਕਹਿੰਦਾ ਕਿ ਤੈਨੂੰ ਉਹ ਫਕੀਰ ਕਰਨ ਲੱਗਾ ਵੀ ਕੁਝ ਟਾਈਮ ਲਗਾਉਣ ਵਾਲਾ ਨਹੀਂ ਹੈ। ਭਾਵ ਕਿ ਉਹੀ ਆਦਮੀ ਨੂੰ ਤਖਤ 'ਤੇ ਬਿਠਾ ਸਕਦਾ ਹੈ, ਤੇ ਉਹੀ ਪਰਮੇਸ਼ਵਰ ਜਿਹੜਾ ਹੈ
ਉਹ ਕਾਸਾ ਹੱਥ ਭਾਵ ਕਿ ਤੈਨੂੰ ਮੰਗਣ ਫਕੀਰ ਵੀ ਬਣਾ ਸਕਦਾ ਹੈ। ਮਖਮਲ ਦੇ ਕੂਲੇ ਕੁੜਤੇ ਚੋਂ ਤੰਦਾਂ ਦੇ ਸੱਪ ਲੜਾਉਂਦਾ ਹੈ। ਤੇ ਕੀ ਕਹਿੰਦਾ ਕਿ ਜਿਹੜਾ ਤੂੰ ਮਖਮਲ ਪਾਇਆ ਹੋਇਆ, ਰੇਸ਼ਮੀ ਕਪੜਾ ਪਾਇਆ ਹੋਇਆ ਹੈ, ਤੇ ਉਸ ਪਰਮੇਸ਼ਵਰ ਦੇ ਬੇਪਰਵਾਹ ਦਾ ਕੋਈ ਪਤਾ ਨਹੀਂ ਹੈ ਕਦੋਂ ਉਹ ਤੰਦਾਂ ਦੇ ਸੱਪ ਬਣਾ ਦੇਵੇ ਅਤੇ ਤੈਨੂੰ ਇਸ ਸੰਸਾਰ ਤੋਂ ਵੀ ਜਾਣਾ ਪਵੇ। ਰਕਸ਼ੇ ਦੇ ਹੰਬਿਆਂ ਕੁਲੀਆਂ ਨੂੰ ਉਹ ਸ਼ਾਹ ਅਸਵਾਰ ਬਣਾਉਂਦਾ ਹੈ। ਤੇ ਕੀ ਕਹਿੰਦਾ ਕਿ ਜਿਹੜਾ ਰਿਕਸ਼ਾ ਚਲਾ ਚਲਾ ਕੇ ਹੰਬੇ ਪਏ ਹਨ, ਭਾਵ ਕਿ ਤੁਹਾਡਾ ਭਾਰ ਢੋ ਰਹੇ ਹਨ, ਕੁਲੇ ਹਨ, ਉਸ ਪਰਮੇਸ਼ਵਰ ਦਾ ਕੋਈ ਪਤਾ ਨਹੀਂ ਹੈ ਕਿ ਕਦੋਂ ਸਭ ਕੁਝ ਬਦਲ ਕੇ ਉਹ ਉਹਨਾਂ ਕੁਲੀਆਂ ਨੂੰ ਕੀ ਬਣਾ ਦੇਵੇ, ਸ਼ਾਹ ਅਸਵਾਰ ਬਣਾ ਦੇਵੇ, ਯਾਨੀ ਕਿ ਜ਼ੋਰਾਵਰ ਬਣਾ ਦੇਵੇ। ਗਧਿਆਂ ਦੀਆਂ ਛੰਟਾਂ ਪਾ ਪਾ ਕੇ ਸ਼ੇਰਾਂ ਨੂੰ ਘਾਹ ਖਵਾਉਂਦਾ ਹੈ। ਤੇ ਕੀ ਕਹਿੰਦਾ ਕਿ ਉਹਦਾ ਕੋਈ ਪਤਾ ਨਹੀਂ ਕਿ ਜਿਹੜੇ ਸ਼ੇਰ ਕਦੀ ਸ਼ਿਕਾਰ ਕਰਿਆ ਕਰਦੇ ਸਨ ਕਿ ਉਹਨਾਂ ਨੂੰ ਹੀ ਗਧਿਆਂ ਦੀਆਂ ਛਾਂਟਾਂ ਖਾਣੀਆਂ ਪੈਣ, ਤੇ ਉਹ ਸ਼ੇਰਾਂ ਨੂੰ ਕੀ ਕਰ ਦੇਵੇ, ਘਾਹ ਖਾਣ ਲਾ ਦੇਵੇ, ਕਿਉਂਕਿ ਉਹ ਪਰਮੇਸ਼ਵਰ ਹੈ, ਉਹ ਕਰਤਾਰ ਹੈ। ਦੁਨੀਆ ਦੇ ਖੂਨ ਪਸੀਨੇ ਦੇ ਨਾ ਰਾਤ ਦਿਨੇ ਕੁੱਟ ਭਰਿਆ ਕਰ। ਤੇ ਕੀ ਕਹਿੰਦਾ ਕਿ ਹੇ ਮਨੁੱਖ, ਕਵੀ ਕਹਿ ਰਿਹਾ ਹੈ ਕਿ ਹੇ ਮਨੁੱਖ, ਤੈਨੂੰ ਰਾਤ ਦਿਨ ਹੀ ਲੋਕਾਂ ਦਾ ਖੂਨ ਚੂਸਣ ਦੀ ਲੋੜ ਨਹੀਂ ਹੈ, ਭਾਵ ਕਿ ਤੈਨੂੰ ਬੇਈਮਾਨੀਆਂ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਕਿਸੇ ਨਿਰਤਨ ਆਤੁਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਤੇ ਕੀ ਕਹਿੰਦਾ ਹੈ ਨੰਦ ਲਾਲ ਨੂਰਪੁਰੀ ਜੀ, ਕਹਿੰਦੇ ਹੈ ਕਿ ਤੈਨੂੰ ਕਿਸੇ ਗਰੀਬ ਦਾ, ਦੁਖੀ ਦਾ, ਬਿਮਾਰ ਦਾ ਕੁਝ ਭਾਰ ਹੌਲਾ ਕਰਨਾ ਚਾਹੀਦਾ ਹੈ, ਭਾਵ ਕਿ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ। ਇਹ ਤੇਰੇ ਪੁੱਤਰ ਵਰਗਾ ਹੈ ਜਿਸ ਨੂੰ ਤੂੰ ਝਿੜਕੀ ਜਾਂਦਾ ਹੈ। ਤੇ ਕੀ ਕਹਿੰਦਾ ਹੈ, ਕਵੀ ਕਹਿੰਦਾ ਹੈ ਕਿ ਇਹ ਜਿਸ ਬੱਚੇ ਨੂੰ ਤੂੰ ਝਿੜਕ ਰਿਹਾ ਹੈ, ਭਾਵ ਕਿ ਜਿਸ ਨੂੰ ਗਰੀਬ ਸਮਝ ਕੇ ਤੂੰ ਝਿੜਕੀ ਜਾ ਰਿਹਾ ਹੈ, ਇਹ ਕੀ ਹੈ, ਤੇਰੇ ਹੀ ਪੁੱਤਰ ਵਰਗਾ ਹੈ। ਭਗਵਾਨ ਇਹਦੇ ਵਿੱਚ ਵਸਦਾ ਹੈ, ਭਗਵਾਨ ਨੂੰ ਕਿਉਂ ਦਬਕਾਨਾ ਹੈ। ਤੇ ਕੀ ਕਹਿੰਦਾ ਹੈ ਕਿ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਮਨੁੱਖ ਦੇ ਅੰਦਰ ਹੀ ਭਗਵਾਨ ਦਾ ਵਾਸ ਹੈ, ਤੇ ਹੁਣ ਭਗਵਾਨ ਤਾਂ ਇਸ ਗਰੀਬ ਦੇ ਅੰਦਰ ਵੀ ਵਸਦਾ ਹੈ, ਤੇ ਹੁਣ ਤੂੰ ਇਸ ਗਰੀਬ ਨੂੰ ਕਿਉਂ ਦਬਕਾ ਰਿਹਾ ਹੈ। ਦਬਕਾਣਾ ਭਾਵ ਕਿ ਡਾਂਟਣਾ। ਐਸੇ ਦੇ ਪਿਓ ਕਰਮਾਇਆ ਹੀ। ਤੇ ਕੀ ਕਹਿੰਦਾ ਕਿ ਐਸੇ ਦੇ ਪਿਓ ਨੇ ਸਾਰਾ ਕੰਮ ਕੀਤਾ ਹੈ। ਉਹਦਾ ਪਿਓ ਕੀ ਹੈ, ਕਾਮਾ ਹੈ, ਜਿਸ ਨੇ ਇਹ ਸਾਰਾ ਕੁਝ ਕੀਤਾ ਹੈ, ਭਾਵ ਕਿ ਉਹਦੇ ਕੰਮਾਂ ਸਦਕਾ ਹੀ ਜੋ ਅੰਦਰ ਵੜ ਵੜ ਖਾਨਾ ਹੈ। ਐਸੇ ਦੇ ਪਿਓ ਨੇ ਹੀ ਕਮਾਇਆ ਹੈ, ਜਿਹਦੇ ਕਰਕੇ ਤੂੰ ਅੰਦਰ ਵੜ ਵੜ ਕੇ ਹਜੇ ਤੱਕ ਖਾਈ ਜਾ ਰਿਹਾ, ਭਾਵ ਕਿ ਐਸ਼ਾਂ ਲੈ ਰਿਹਾ ਹੈ। ਆਪਣੇ ਨੂੰ ਹੀਰ ਕਹਿ ਕਹਿ ਕੇ ਬੋਝੇ ਵਿੱਚ, ਆਪਣੇ ਨੂੰ ਹੀਰ ਕਹਿ ਕਹਿ ਕੇ ਬੋਝੇ ਵਿੱਚ ਹੀਰੇ ਪਾਉਣਾ ਹੈ। ਤੇ ਕੀ ਕਹਿੰਦਾ ਹੈ ਕਿ ਆਪਣੇ ਨੂੰ ਹੀਰਾ ਕਹਿ ਕੇ ਤੇ ਆਪਣੀ ਜੇਬ ਦੇ ਅੰਦਰ ਹੀਰੇ ਪਾਈ ਜਾ ਰਿਹਾ ਹੈ। ਕੁਦਰਤ ਦੀ ਇਸ ਅੰਗੂਰੀ ਨੂੰ ਤੂੰ ਪਸ਼ੂਆਂ ਵਾਂਗ ਨਾ ਚਰਿਆ ਕਰ। ਤੇ ਕੀ ਕਹਿੰਦਾ ਕਿ ਇਸ ਸੰਸਾਰ ਦੇ ਉੱਤੇ ਜਿੰਨੇ ਸੰਸਾਧਨ ਉਸ ਪਰਮਾਤਮਾ ਨੇ ਭੇਜੇ ਹਨ, ਭਾਵ ਕਿ ਬਣਾਏ ਹਨ, ਤੈਨੂੰ ਚਾਹੀਦਾ ਹੈ ਕਿ ਪਸ਼ੂਆਂ ਵਾਂਗ ਉਹਨਾਂ ਨੂੰ ਇੱਕਦਮ ਖਾ ਜਾਣਾ ਨਹੀਂ ਚਾਹੀਦਾ, ਸਗੋਂ ਉਸ ਅੰਗੂਰੀ ਦਾ ਆਨੰਦ ਲੈਣਾ ਚਾਹੀਦਾ ਹੈ। ਕਿਸੇ ਨਿਰਤਨ ਆਤੁਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਤੇ ਕੀ ਕਹਿੰਦਾ ਕਿ ਤੈਨੂੰ ਆਪਣੀਆਂ ਜੇਬਾਂ ਹੀ ਨਹੀਂ ਭਰੀ ਜਾਣੀਆਂ ਚਾਹੀਦੀਆਂ ਕਿ ਉਹਨਾਂ ਦਾ ਸ਼ੋਸ਼ਣ ਕਰ ਕਰਕੇ, ਬਲਕਿ ਉਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕੁਝ ਯੂਜ਼ ਕਰ ਸਕੇ, ਉਹਦਾ ਉਪਯੋਗ ਹੋਰ ਵੀ ਕੋਈ ਕਰ ਸਕੇ, ਅਤੇ ਤੈਨੂੰ ਕਿਸੇ ਨਿਰਧਨ ਦਾ, ਭਾਵ ਕਿ ਗਰੀਬ ਦਾ, ਕਿਸੇ ਦੁਖੀਏ ਦਾ, ਕਿਸੇ ਬਿਮਾਰ ਦਾ ਭਲਾ ਕਰਨਾ ਚਾਹੀਦਾ ਹੈ, ਭਾਵ ਕਿ ਉਹਦਾ ਵੀ ਕੁਝ ਭਾਰ ਹੌਲਾ ਕਰਨਾ ਚਾਹੀਦਾ ਹੈ। ਇਹ ਉਸ ਦਾਤੇ ਦੀ ਨਗਰੀ ਹੈ, ਤੂੰ ਜਿਸ ਨਗਰੀ ਵਿੱਚ ਵਸਦਾ ਹੈ। ਤੇ ਕੀ ਕਹਿੰਦਾ ਕਿ ਉਸੇ ਪਰਮਾਤਮਾ ਦੀ, ਉਸੇ ਪਰਮੇਸ਼ਵਰ ਦਾ ਨਗਰੀ ਹੈ ਜਿਹਦੇ ਅੰਦਰ ਤੇਰਾ ਵਾਸ ਹੈ, ਭਾਵ ਕਿ ਜਿਸ ਦੇ ਅੰਦਰ ਤੂੰ ਰਹਿੰਦਾ ਹੈ। ਨਿਗਰਿਆ, ਨਿਗਰਿਆ ਦਾ ਮਤਲਬ ਕਿ ਧਸਿਆ, ਭਾਵ ਕਿ ਗਲਤਾਨ ਹੋ ਚੁੱਕਾ। ਦੇਖ ਗਵਾਂਢੀ ਨੂੰ ਨਿਤ ਹੁੱਬਦਾ ਹੈ, ਨਿਤ ਹੱਸਦਾ ਹੈ। ਤੇ ਕੀ ਕਹਿੰਦਾ ਕਿ ਜਿਹੜਾ ਗੁਆਂਢੀ, ਭਾਵ ਕਿ ਤੇਰਾ ਪੜੋਸੀ ਜਿਹੜਾ ਹੈ, ਜਿਹੜਾ ਕੀ ਹੋ ਚੁੱਕਾ ਹੈ, ਨਿੱਗਰ ਚੁੱਕਾ ਹੈ, ਭਾਵ ਕਿ ਕਰਜ਼ ਦੇ ਅੰਦਰ ਧਸ ਚੁੱਕਾ ਹੈ ਜਾਂ ਗਰੀਬ ਹੋ ਚੁੱਕਾ ਹੈ,
ਨਿਤ ਹੁੱਬਦਾ ਹੈ ਨਿਤ ਹੱਸਦਾ ਹੈ। ਤੇ ਕੀ ਕਹਿੰਦਾ ਕਿ ਉਹਨੂੰ ਦੇਖ ਦੇਖ ਕੇ ਤੂੰ ਸਾਰਾ ਦਿਨ ਹਰ ਰੋਜ਼ ਖੁਸ਼ ਹੁੰਦਾ ਹੈ। ਬੂਹੇ ਤੇ ਆਏ ਫਕੀਰਾਂ ਨੂੰ ਭੁੱਖੇ ਤੇ ਨੰਗੇ ਦੱਸਦਾ ਹੈ। ਤੇ ਕੀ ਕਹਿੰਦਾ ਕਿ ਜੇ ਤੇਰੇ ਦਰਵਾਜ਼ੇ ਦੇ ਉੱਤੇ ਕੋਈ ਮੰਗਣ ਵਾਲਾ ਆ ਜਾਂਦਾ ਹੈ ਤੂੰ ਉਸ ਨੂੰ ਭੁੱਖਾ ਨੰਗਾ ਦੱਸਦਾ ਹੈ। ਮਾੜੇ ਦੀਆਂ ਹੱਡੀਆਂ ਪੀਂਦਾ ਹੈ, ਤਕੜੇ ਦੀਆਂ ਤਲੀਆਂ ਝੱਸਦਾ ਹੈ। ਤੇ ਕੀ ਕਹਿੰਦਾ ਕਿ ਤੂੰ ਮਾੜੇ ਦੀਆਂ ਤੇ ਹੱਡੀਆਂ ਨੂੰ ਪੀ ਕੇ, ਭਾਵ ਕਿ ਉਹਦੇ ਤੋਂ ਜ਼ੋਰੋਂ ਵਾਰ ਕਈ ਬਹੁਤ ਜ਼ਿਆਦਾ ਕੰਮ ਕਰਵਾ ਕੇ, ਅਤੇ ਜੇ ਕੋਈ ਤੇਰੇ ਸਾਹਮਣੇ ਤਗੜਾ ਆ ਜਾਂਦਾ ਹੈ, ਭਾਵ ਕਿ ਅਮੀਰ ਆ ਜਾਂਦਾ ਹੈ, ਤੇ ਤੂੰ ਉਹਦੀ ਗੁਲਾਮੀ ਕਰਨ ਲਈ ਵੀ ਤਿਆਰ ਹੋ ਜਾਣਾ। ਤਲੀਆਂ ਝੱਸਣਾ ਭਾਵ ਕਿ ਗੁਲਾਮੀ ਕਰਨਾ। ਤਕੜੇ ਦੀ ਜੇਕਰ ਜਰਦਾ ਏ ਤੂੰ ਮਾੜੇ ਦੀ ਵੀ ਜਰਿਆ ਕਰ। ਤੇ ਕੀ ਕਹਿੰਦਾ ਕਿ ਜੇ ਤੈਨੂੰ ਕੋਈ ਗੱਲ ਅਮੀਰ ਦੀ ਜਰਨੀ ਪੈਂਦੀ ਆ, ਭਾਵ ਕਿ ਸਹਿਣੀ ਪੈਂਦੀ ਹੈ, ਤੇ ਤੈਨੂੰ ਚਾਹੀਦਾ ਹੈ ਕਿ ਇੱਕ ਅੱਧੀ ਗੱਲ ਜਿਹੜੀ ਹੈ ਉਹ ਜੇ ਕਿਸੇ ਗਰੀਬ ਤੋਂ ਤੈਨੂੰ ਕੁਝ ਕਿਹਾ ਜਾਏ ਤੇ ਤੈਨੂੰ ਉਸ ਗੱਲ ਨੂੰ ਵੀ ਜਰ ਲੈਣਾ ਚਾਹੀਦਾ ਹੈ, ਭਾਵ ਕਿ ਸਹਿ ਲੈਣਾ ਚਾਹੀਦਾ। ਜਰਨਾ ਜਰਿਆ ਕਰ, ਭਾਵ ਕਿ ਸਹਿਆ ਕਰ, ਸਹਿ ਲੈਣਾ। ਕਿਸੇ ਨਿਰਧਨ ਆਤੁਰ ਦੁਖੀ ਇਹਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਕੀ ਕਹਿੰਦਾ ਹੈ ਕਵੀ? ਕਹਿੰਦਾ ਹੈ ਕਿ ਹੇ ਮਨੁੱਖ, ਤੈਨੂੰ ਕਿਸੇ ਗਰੀਬ ਦਾ, ਨਿਰਧਨ ਦਾ, ਭਾਵ ਕਿ ਗਰੀਬ ਦਾ, ਬਿਮਾਰ ਦਾ ਜਾਂ ਦੁਖੀ ਦਾ ਭਾਰ ਹੌਲਾ ਕਰਨਾ ਚਾਹੀਦਾ ਹੈ, ਭਾਵ ਕਿ ਤੈਨੂੰ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਤੂੰ ਬੰਦਾ ਏ, ਇਹ ਬੰਦਾ ਏ, ਦੋਹਾਂ ਨੇ ਇੱਥੇ ਰਹਿਣਾ ਹੈ। ਤੇ ਕੀ ਕਹਿੰਦਾ ਹੈ ਕਿ ਤੂੰ ਵੀ ਇੱਕ ਬੰਦਾ ਹੈ, ਭਾਵ ਕਿ ਤੂੰ ਅਮੀਰ ਹੈ ਲੇਕਿਨ ਹੈ ਤਾਂ ਬੰਦਾ। ਇਹ ਵੀ ਇੱਕ ਬੰਦਾ ਹੈ। ਤੇ ਕੀ ਹੋਇਆ ਜੇ ਗਰੀਬ ਹੈ ਲੇਕਿਨ ਇਹ ਵੀ ਕੀ ਹੈ? ਇਹ ਵੀ ਮਨੁੱਖ ਹੀ ਹੈ। ਦੋਹਾਂ ਨੇ ਇੱਥੇ ਰਹਿਣਾ ਹੈ। ਤੇ ਕੀ ਕਹਿੰਦਾ ਕਿ ਦੋਹਾਂ ਨੇ ਹੀ ਇਸ ਸੰਸਾਰ ਦੇ ਉੱਤੇ ਰਹਿਣਾ ਹੈ। ਤੂੰ ਤਕੜਾ ਸਹੀ ਹੈ, ਮਾੜਾ ਸਹੀ, ਕੰਮ ਮਾੜੇ ਨਾਲ ਵੀ ਪੈਣਾ ਹੈ। ਤੇ ਕੀ ਕਹਿੰਦਾ ਕਿ ਕੀ ਹੋਇਆ ਜੇ ਅੱਜ ਤੂੰ ਕੀ ਹੈ? ਤਕੜਾ ਹੈ, ਭਾਵ ਕਿ ਅਮੀਰ ਹੈ, ਲੇਕਿਨ ਕੰਮ ਤਾਂ ਗਰੀਬ ਦੇ ਨਾਲ ਵੀ ਪੈ ਹੀ ਜਾਂਦਾ ਹੈ। ਤੇਰੇ ਗਲ ਚਿੱਟਾ ਕੁੜਤਾ ਜੇ ਕੋਈ ਇਹਨੇ ਲਾਹ ਨਾ ਲੈਣਾ ਹੈ। ਤੇ ਕੀ ਕਹਿੰਦਾ ਕਿ ਕੀ ਹੋਇਆ ਕਿ ਜੇ ਤੂੰ ਅਮੀਰ ਹੈ ਅਤੇ ਤੇਰੇ ਗਲ ਦੇ ਅੰਦਰ ਚਿੱਟਾ, ਭਾਵ ਕਿ ਮਹਿੰਗਾ ਮਖਮਲ ਦਾ ਕੱਪੜਾ ਹੈ, ਤੇ ਜੇ ਗਰੀਬ ਤੇਰੇ ਪਾਸ ਹੈ ਤਾਂ ਉਹਨੇ ਤੇਰੇ ਇਸ ਮਖਮਲ ਦੇ ਕੱਪੜੇ ਨੂੰ ਉਤਾਰਨਾ ਨਹੀਂ ਹੈ। ਇਹ ਮਿੱਟੀ ਏ, ਤੂੰ ਮਿੱਟੀ ਹੈ। ਤੇ ਕੀ ਕਹਿੰਦਾ ਕਿ ਇਹਨੇ ਵੀ ਮਰ ਕੇ ਇਸ ਸੰਸਾਰ ਦੇ ਉੱਤੋਂ ਜਿੱਦਣ ਜਾਣਾ ਤਾਂ ਮਿੱਟੀ ਦੇ ਵਿੱਚ ਮਿਲ ਜਾਣਾ ਹੈ, ਭਾਵੇਂ ਉਹ ਗਰੀਬ ਹੈ। ਲੇਕਿਨ ਜਿੱਦਣ ਅਮੀਰ ਮਰੇਗਾ ਉਸਨੇ ਵੀ ਕੀ ਬਣ ਜਾਣਾ ਹੈ? ਮਿੱਟੀ ਹੀ ਬਣ ਜਾਣਾ ਹੈ, ਮਿੱਟੀ ਵਿੱਚ ਰਲਣਾ ਪੈਣਾ ਹੈ। ਤੇ ਕੀ ਕਹਿੰਦਾ ਕਿ ਮਨੁੱਖ ਦਾ ਸਰੀਰ ਤਾਂ ਇੱਕ ਮਿੱਟੀ ਹੈ ਤੇ ਅੰਤ ਵਿੱਚ ਇਸ ਦਾ ਵਜੂਦ ਮਿੱਟੀ ਹੀ ਹੋ ਜਾਣਾ ਹੈ। ਉਹ ਹਰ ਦੇ ਵਿੱਚ ਵਸਦਾ ਹੈ, ਤੂੰ ਹਰ ਦੇ ਕੋਲੋਂ ਹਰਿਆ ਕਰ। ਤੇ ਕੀ ਕਹਿੰਦਾ ਕਿ ਉਹ ਪਰਮੇਸ਼ਵਰ ਹਰ ਦੇ ਵਿੱਚ ਵਸਦਾ ਹੈ, ਤੇ ਕਿ ਉਹ ਪਰਮੇਸ਼ਵਰ ਤਾਂ ਹਰ ਇੱਕ ਕਣ ਕਣ ਦੇ ਵਿੱਚ ਵਿਦਮਾਨ ਹੈ। ਤੂੰ ਹਰ ਦੇ ਕੋਲੋਂ ਡਰਿਆ ਕਰ। ਤੇ ਕੀ ਕਹਿੰਦਾ ਕਿ ਜਿਹੜਾ ਗਰੀਬ ਹੈ ਉਸ ਦੇ ਵਿੱਚ ਵੀ ਉਹ ਵਸਦਾ ਹੈ, ਤੇ ਤੈਨੂੰ ਉਸ ਹਰ, ਭਾਵ ਕਿ ਉਸ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ਅਤੇ ਉਸ ਤੋਂ ਹਰਨਾ ਵੀ ਚਾਹੀਦਾ ਹੈ। ਕਿਸੇ ਨਿਰਧਨ ਆਤੁਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਤੇ ਕਵੀ ਕੀ ਕਹਿੰਦਾ ਹੈ ਕਿ ਤੈਨੂੰ ਕਿਸੇ ਗਰੀਬ, ਬਿਮਾਰ ਤੇ ਦੁਖੀ ਦੇ ਦੁੱਖਾਂ ਨੂੰ ਦੂਰ ਕਰਨਾ ਚਾਹੀਦਾ, ਭਾਵ ਕਿ ਉਹਨਾਂ ਦਾ ਕੁਝ ਭਾਰ ਦੁੱਖਾਂ ਦਾ ਹੌਲਾ ਕਰ ਦੇਣਾ ਚਾਹੀਦਾ ਹੈ, ਭਾਵ ਕਿ ਉਹਨਾਂ ਦੀ ਤੈਨੂੰ ਸਹਾਇਤਾ ਕਰਨੀ ਚਾਹੀਦੀ ਹੈ। ਹੁਣ ਇਹਦੇ ਪ੍ਰਸ਼ਨ ਉੱਤਰ ਨੇ। ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ? ਤੇ ਇਸ ਕਵਿਤਾ ਦਾ ਕੇਂਦਰੀ ਭਾਵ ਇਹ ਹੈ ਕਿ ਮਨੁੱਖ ਨੂੰ ਸੁਚੇਤ ਰਹਿਣਾ ਚਾਹੀਦਾ ਇਸ ਦੁਨੀਆ ਦੇ ਅੰਦਰ, ਕਿਉਂਕਿ ਉਹ ਸਾਰੇ ਜਿਹੜੇ ਮਨੁੱਖ ਹਨ ਉਹ ਪਰਮਾਤਮਾ ਦੇ ਬਣਾਏ ਹੋਏ ਹਨ, ਤੇ ਸਾਰੇ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ। ਮਨੁੱਖ ਇਸ ਦੁਨੀਆ ਵਿੱਚ ਕਿਸ ਗੱਲ ਤੋਂ ਸੁਚੇਤ ਹੋ ਕੇ ਜਿਉਣਾ ਚਾਹੀਦਾ ਹੈ ਕਿ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਉਸ ਨੂੰ ਸੁਚੇਤ ਹੋ ਕੇ ਜਿਉਣਾ ਚਾਹੀਦਾ ਹੈ ਕਿ ਸੰਸਾਰ ਦੇ ਅੰਦਰ ਆਏ ਹੋਏ ਸਾਰੇ, ਭਾਵੇਂ ਕੋਈ ਅਮੀਰ ਹੈ ਜਾਂ ਗਰੀਬ, ਇਹ ਸਾਰੇ ਹੀ ਉਸ ਪਰਮੇਸ਼ਵਰ ਦੇ ਬਣਾਏ ਹੋਏ ਬੰਦੇ ਹਨ। ਥੱਕੇ ਹਾਰੇ ਕੁਲੀਆਂ ਨੂੰ ਪਰਮਾਤਮਾ ਕੀ ਬਣਾ ਸਕਦਾ ਹੈ? ਕੀ ਬਣਾ ਸਕਦਾ ਹੈ? ਜ਼ੋਰਾਵਰ ਬਣਾ ਸਕਦਾ ਹੈ। ਕਵੀ ਤਕੜੇ ਮਨੁੱਖ ਨੂੰ ਕਿਸ ਨੂੰ ਝਿੜਕਣ ਤੋਂ ਮਨਾ ਕਰਦਾ ਹੈ ਤੇ ਕਿਉਂ? ਕਵੀ ਤਕੜੇ ਮਨੁੱਖ ਨੂੰ ਗਰੀਬ ਦੇ ਬੱਚੇ ਨੂੰ ਝਿੜਕਣ ਤੋਂ ਮਨਾ ਕਰਦਾ ਹੈ। ਤੇ ਕੀ ਕਹਿੰਦਾ ਹੈ ਕਿ ਜਿਵੇਂ ਤੇਰਾ ਪੁੱਤਰ ਹੈ ਐਵੇਂ ਹੀ ਗਰੀਬ ਦਾ ਵੀ ਪੁੱਤਰ ਹੈ, ਇਹ ਤੇਰੇ ਪੁੱਤਰ ਵਰਗਾ ਹੀ ਹੈ, ਇਸੇ ਕਰਕੇ ਤੈਨੂੰ ਉਸ ਨੂੰ ਝਿੜਕਣਾ ਨਹੀਂ ਚਾਹੀਦਾ, ਭਾਵ ਕਿ ਡਾਂਟਣਾ ਨਹੀਂ ਚਾਹੀਦਾ। ਮਨੁੱਖ ਨੂੰ ਕਵੀ ਕਿਸ ਤਰ੍ਹਾਂ ਦੇ ਵਿਤਕਰੇ ਤੋਂ ਰੋਕਦਾ ਹੈ, ਭਾਵ ਕਿ ਸਮਾਜ ਦੇ ਅੰਦਰ ਜੋ ਅਮੀਰ ਗਰੀਬ
ਉੱਚੇ ਨੀਵੇਂ ਦਾ ਜੋ ਵਿਤਕਰਾ ਹੈ ਉਸ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਗੀਤ ਅਨੁਸਾਰ ਮਨੁੱਖ ਨੂੰ ਜੀਵਨ ਵਿੱਚ ਜਿਉਣ ਦਾ ਕੀ ਸੰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਸੰਸਾਰ ਦੇ ਅੰਦਰ ਬਣਾਏ ਹੋਏ ਜਿਹੜੇ ਮਨੁੱਖ ਹਨ ਉਸੇ ਪਰਮਾਤਮਾ ਦੀ ਰਚਨਾ ਹੈ। ਚਾਹੇ ਕੋਈ ਅਮੀਰ ਹੈ ਜਾਂ ਗਰੀਬ, ਸਾਰਿਆਂ ਦੇ ਅੰਦਰ ਉਹ ਪਰਮਾਤਮਾ ਜਿਹੜਾ ਹੈ ਆਪਣਾ ਵਾਸ ਕਰਦਾ ਹੈ ਅਤੇ ਇਸੇ ਕਰਕੇ ਸਾਨੂੰ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। ਅਤੇ ਇਸ ਪੈਰੇ ਨੂੰ ਪੜ੍ਹਨਾ ਹੈ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਇਹ ਤੇਰੇ ਪੁੱਤਰ ਵਰਗਾ ਹੈ ਜਿਸ ਨੂੰ ਤੂੰ ਝਿੜਕੀ ਜਾਂਦਾ ਹੈ, ਭਗਵਾਨ ਇਹਦੇ ਵਿੱਚ ਵਸਦਾ ਹੈ, ਭਗਵਾਨ ਨੂੰ ਕਿਉਂ ਧਮਕਾਉਣਾ ਹੈ। ਐਸੇ ਦੇ ਪਿਓ ਕਰਮਾਇਆ ਹੀ ਭਾਵ ਕਿ ਇਸੇ ਦੇ ਪਿਓ ਨੇ ਖੱਟੀ ਕਰਕੇ ਭਾਵ ਕਿ ਕਮਾਈ ਕਰਕੇ ਤੈਨੂੰ ਦਿੱਤੀ ਹੈ ਜੋ ਅੰਦਰ ਵੜ ਵੜ ਖਾਣਾ ਹੈ। ਆਪਣੇ ਨੂੰ ਹੀਰ ਕਹਿ ਕੇ ਬੋਝੇ ਵਿੱਚ ਹੀਰੇ ਪਾਉਣਾ ਹੈ। ਕੁਦਰਤ ਦੀ ਐ ਸੰਗੂਰੀ ਨੂੰ ਤੂੰ ਪਸ਼ੂਆਂ ਵਾਂਗ ਨਾ ਚਰਿਆ ਕਰ, ਕਿਸੇ ਨਿਰਧਨ ਆਤੁਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਇਹਨਾਂ ਸਤਰਾਂ ਵਿੱਚ ਕੌਣ ਕਿਸ ਨੂੰ ਝਿੜਕ ਰਿਹਾ ਹੈ? ਅਮੀਰ ਗਰੀਬ ਦੇ ਬੱਚੇ ਨੂੰ ਝਿੜਕ ਰਿਹਾ ਹੈ। ਕਵੀ ਕਿਸ ਨੂੰ ਅਤੇ ਕਿਉਂ ਸੰਜਮ ਵਿੱਚ ਜਿਉਣ ਲਈ ਕਹਿੰਦਾ ਹੈ? ਅਮੀਰ ਨੂੰ ਕਹਿੰਦਾ ਹੈ ਕਿ ਤੈਨੂੰ ਵੀ ਸੰਜਮ ਵਿੱਚ ਜਿਉਣਾ ਚਾਹੀਦਾ ਹੈ, ਕਿਉਂਕਿ ਜੇ ਇਸ ਸੰਸਾਰ ਦੇ ਅੰਦਰ ਜਿੰਨੇ ਪਦਾਰਥ ਹਨ ਉਹ ਪਰਮਾਤਮਾ ਨੇ ਦਿੱਤੇ ਹਨ ਅਤੇ ਤੈਨੂੰ ਇੱਕਦਮ ਉਹਨਾਂ ਨੂੰ ਨਹੀਂ ਚਰ ਲੈਣਾ ਚਾਹੀਦਾ, ਭਾਵ ਕਿ ਉਹਨਾਂ ਨੂੰ ਇੱਕਦਮ ਉਪਯੋਗ ਵਿੱਚ ਨਹੀਂ ਲਿਆਉਣਾ ਚਾਹੀਦਾ। ਕਵੀ ਤਕੜੇ ਮਨੁੱਖ ਨੂੰ ਕਿਸ ਦਾ ਭਾਰ ਹੌਲਾ ਕਰਨ ਲਈ ਕਹਿੰਦਾ ਹੈ? ਕਿਸ ਦਾ? ਚਾਹੇ ਕੋਈ ਗਰੀਬ ਹੈ, ਕੋਈ ਦੁਖੀ ਹੈ ਜਾਂ ਕੋਈ ਬਿਮਾਰ ਹੈ, ਉਸ ਦੇ ਭਾਰ ਨੂੰ ਹੌਲਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਅੱਗੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਸੀ, ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਤੂੰ ਬੰਦਾ ਹੈ, ਇਹ ਬੰਦਾ ਹੈ, ਤੁਸੀਂ ਸਮਝ ਗਏ ਹੋਵੋਗੇ ਕਿ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅੱਗੇ ਦਿੱਤਾ ਹੈ ਸਹੀ ਗਲਤ ਕਰਨੇ ਹਨ। ਪਰਮਾਤਮਾ ਅਮੀਰ ਨੂੰ ਵੀ ਗਰੀਬ ਬਣਾ ਸਕਦਾ ਹੈ, ਬਿਲਕੁਲ ਬਣਾ ਸਕਦਾ ਹੈ, ਕਿਉਂਕਿ ਸਾਰੀ ਕਰਾਮਾਤ ਉਸੇ ਦੇ ਹੱਥ ਦੇ ਅੰਦਰ ਹੈ। ਕਿਸੇ ਲਾਚਾਰ ਵਿਅਕਤੀ ਨੂੰ ਆਪਣੀ ਹਾਲਤ ਉੱਪਰ ਨਹੀਂ ਛੱਡ ਦੇਣਾ ਚਾਹੀਦਾ, ਬਿਲਕੁਲ ਸਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਗਰੀਬ ਨਾਲ ਭਗਵਾਨ ਨੂੰ ਕੋਈ ਹਮਦਰਦੀ ਨਹੀਂ ਹੈ? ਨਹੀਂ, ਪਰਮਾਤਮਾ ਨੂੰ ਹਰ ਇੱਕ ਮਨੁੱਖ ਨਾਲ ਹਮਦਰਦੀ ਹੈ, ਚਾਹੇ ਉਹ ਅਮੀਰ ਹੈ ਜਾਂ ਗਰੀਬ ਹੈ, ਸਾਰੇ ਉਸ 'ਤੇ ਹੀ ਬਣਾਏ ਹੋਏ ਮਨੁੱਖ ਹਨ। ਤਕੜੇ ਬੰਦੇ ਨੂੰ ਮਾੜੇ ਬੰਦੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਗਲਤ ਗੱਲ ਹੈ, ਕਿਉਂਕਿ ਤਕੜਾ ਜੇ ਮਾੜੇ ਦੀ ਪਰਵਾਹ ਕਰੇਗਾ ਤਾਂ ਹੀ ਇਸ ਸੰਸਾਰ ਦੇ ਅੰਦਰ ਜਿਉਣ ਦਾ ਮਜ਼ਾ ਆਏਗਾ, ਕਿਉਂਕਿ ਸਾਰੇ ਉਸ ਪਰਮੇਸ਼ਵਰ ਦੇ ਬਣਾਏ ਹੋਏ ਹਨ। ਪਰਮਾਤਮਾ ਕੁਲੀਆਂ ਨੂੰ ਵੀ ਅਮੀਰ ਬਣਾ ਸਕਦਾ ਹੈ, ਬਿਲਕੁਲ ਠੀਕ ਹੈ ਕਿ ਜ਼ੋਰਾਵਰ ਬਣਾ ਸਕਦਾ ਹੈ, ਭਾਵੇਂ ਉਹ ਕਿਸੇ ਕੁਲੀ ਦਾ ਕੰਮ ਕਰ ਰਹੇ ਹਨ। ਅੱਗੇ ਖਾਲੀ ਥਾਵਾਂ ਭਰਨੀਆਂ ਹਨ। ਬੰਦੇ ਨੂੰ ਡੈਸ਼ ਦੀ ਕਮਾਈ ਕਰਨ ਵਾਲਿਆਂ ਦਾ ਸ਼ੋਸ਼ਣ ਨਾ ਕਰਨ ਲਈ ਕਿਹਾ ਗਿਆ ਹੈ। ਬੰਦੇ ਨੂੰ ਖੂਨ ਪਸੀਨੇ ਦੀ ਕਮਾਈ ਕਰਨ ਵਾਲਿਆਂ ਦਾ ਸ਼ੋਸ਼ਣ ਨਾ ਕਰਨ ਲਈ ਕਿਹਾ ਗਿਆ ਹੈ, ਤਾਂ ਇਸ ਨੂੰ ਧਿਆਨ ਰੱਖ ਲੈਣਾ ਹੈ ਕਿ ਕਿਹਨੇ ਕਰਨ ਦੀ ਗੱਲ ਕਰਦਾ? ਖੂਨ ਪਸੀਨੇ ਦੇ। ਇਸ ਡਾਵਾਂਡੋਲ ਦੁਨੀਆ ਵਿੱਚ ਮਨੁੱਖ ਨੂੰ ਡੈਸ਼ ਕੇ ਚੱਲਣਾ ਦੀ ਲੋੜ ਹੈ। ਕਾਹਦੇ ਨਾਲ? ਸੰਭਲ ਕੇ ਚੱਲਣ ਦੀ ਲੋੜ ਹੈ। ਇਹ ਆਪਣੇ ਦੂਸਰੇ ਵਿੱਚ ਭਰ ਦੇਣਾ ਹੈ। ਸਰੀਰ ਨੇ ਆਖਿਰਕਾਰ ਡੈਸ਼ ਵਿੱਚ ਮਿਲ ਜਾਣਾ ਹੈ। ਕਿਹਦੇ ਵਿੱਚ ਮਿਲ ਜਾਣਾ ਹੈ? ਮਿੱਟੀ ਵਿੱਚ ਮਿਲ ਜਾਣਾ ਹੈ। ਕਿਸ ਵਿੱਚ ਮਿਲ ਜਾਣਾ ਹੈ? ਸਰੀਰ ਨੇ ਆਖਿਰਕਾਰ ਮਿੱਟੀ ਦੇ ਅੰਦਰ ਮਿਲ ਜਾਣਾ ਹੈ। ਚੌਥੇ ਵਿੱਚ ਭਰਨਾ ਹੈ, ਕਵੀ ਬੰਦੇ ਨੂੰ ਖਾਮਖਾ ਤਕੜੇ ਬੰਦੇ ਦੀ ਡੈਸ਼ ਨਾ ਕਰਨ ਦੀ ਬੇਨਤੀ ਕਰਦਾ ਹੈ। ਖੁਸ਼ਾਮਦ। ਕਵੀ ਬੰਦੇ ਨੂੰ ਖਾਮਖਾ ਤਕੜੇ ਬੰਦੇ ਦੀ ਖੁਸ਼ਾਮਦ ਨਾ ਕਰਨ ਦੀ ਬੇਨਤੀ ਕਰਦਾ ਹੈ। ਗੀਤ ਵਿੱਚ ਬੰਦੇ ਨੂੰ ਡੈਸ਼ ਦਾ ਡਰ ਦਿਖਾ ਕੇ ਚੰਗੇ ਕਰਮ, ਕਾਹਦਾ ਡਰ ਦਿਖਾਇਆ ਗਿਆ ਹੈ? ਮੌਤ ਦਾ ਡਰ ਦਿਖਾਇਆ ਗਿਆ ਹੈ। ਠੀਕ ਹੈ ਵੀ, ਇਹ ਕਰਨੇ ਹਨ। ਅੱਗੇ ਹੈ ਵਿਰੋਧੀ ਸ਼ਬਦ ਕਰਨਾ। ਨਿਰਧਨ। ਨਿਰਧਨ ਦਾ ਮਤਲਬ ਹੁੰਦਾ ਗਰੀਬ, ਤੇ ਗਰੀਬ ਦਾ ਉਲਟ ਕੀ ਬਣੇਗਾ? ਧਨਵਾਨ, ਧਨਾੜ ਜਾਂ ਅਮੀਰ। ਧਨਵਾਨ, ਧਨਾੜ ਜਾਂ ਅਮੀਰ, ਕੁਝ ਵੀ ਬਣਾ ਸਕਦੇ ਹੋ। ਵਸਣਾ, ਉੱਜੜਨਾ। ਮਾੜਾ, ਤਕੜਾ। ਹੌਲਾ, ਭਾਰਾ। ਇਹਨਾਂ ਦੇ ਅਰਥ ਦੱਸ ਕੇ ਵਾਕ ਬਣਾ ਦੇਣੇ ਹਨ। ਫਕੀਰ, ਨਿਰਧਨ, ਤਕੜਾ ਤੇ ਭਗਵਾਨ। ਤਾਂ ਇਹ ਤੁਹਾਡਾ ਲੈਸਨ ਜਿਹੜਾ ਹੈ ਇੱਥੇ ਜਿਹੜੀ ਕਵਿਤਾ ਹੈ ਕੰਪਲੀਟ ਹੋ ਗਈ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਈ ਹੋਵੇਗੀ। ਧੰਨਵਾਦ।